ਲੋਕ ਮਨ ਬਣਾ ਰਹੇ ਸੀ, ਸੋਚ ਰਹੇ ਸੀ ਕਿ ਵੀ ਭਾਰਤੀ ਜਨਤਾ ਪਾਰਟੀ ਦਾ ਸਾਥ ਅਸੀਂ ਕਿ ਉਹਨਾਂ ਨੇ ਸਾਰੀ ਪਾਰਟੀਆਂ ਨੂੰ ਵੱਖ-ਵੱਖ ਪਾਰਟੀਆਂ ਨੂੰ ਉਹਨਾਂ ਨੂੰ ਅਜ਼ਮਾ ਕੇ ਵੇਖ ਲਿਆ ਹੈ। ਚਾਹੇ ਆਪਾਂ ਅਕਾਲੀਆਂ ਦੀ ਗੱਲ ਕਰੀਏ, ਚਾਹੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ, ਚਾਹੇ ਆਪਾਂ ਪਰ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਇਤਿਹਾਸ ਕੋਈ ਨਹੀਂ ਹੈਗਾ ਬੀਜੇਪੀ ਕੋਲ। ਹਾਲਾਂਕਿ ਅਕਾਲੀਆਂ ਦੇ ਨਾਲ ਉਹ ਗੱਠਜੋੜ 'ਚ ਸੀਗੇ, ਉਸ ਵੇਲੇ ਬੀਜੇਪੀ ਸ਼ਹਿਰੀ ਵੋਟਾਂ ਲਿਆਉਂਦੀ ਸੀ, ਅਕਾਲੀ ਦਲ ਪਿੰਡੂ ਲਿਆਉਂਦਾ ਸੀ ਤਾਂ ਕਿਤੇ ਨੰਬਰ ਲੱਗ ਜਾਂਦਾ ਸੀ। ਪਰ ਹੁਣ ਬਹੁਤ ਔਖਾ ਹੈਗਾ, ਨਾ ਗੱਠਜੋੜ ਹੈ ਤਾਂ ਫਿਰ ਕਿੱਦਾਂ ਪਾਰਟੀ। ਜੇ ਕਾਂਗਰਸ ਦੀ ਗੱਲ ਕਰੀਏ, ਉਹਨਾਂ ਦੀ ਸਰਕਾਰ ਦੇ ਟਾਈਮ ਤੁਹਾਨੂੰ ਪਤਾ ਹੈ 2 ਰੁਪਏ ਤੇ ਚੈੱਕ 2.5। ਤੁਸੀਂ ਸਿੱਖਾਂ ਦੀ ਗੱਲ ਕੀਤੀ, ਹਰਿਆਣਾ 'ਚੋਂ ਤੁਸੀਂ ਉਹ ਸਿਰਸਾ ਤੋਂ ਆਉਂਦੇ ਹੋ, ਤਾਂ ਅਕਸਰ ਸਿੱਖਾਂ ਦੇ ਮਨ ਵਿੱਚ ਸਰਕਾਰ ਪ੍ਰਤੀ ਇਹ ਰੋਸ ਰਹਿੰਦਾ ਹੈ ਤਾਂ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਤਾਂ ਸੈਂਟਰ ਗੌਰਮੈਂਟ ਰਿਹਾਈ ਨਹੀਂ ਕਰਦੀ, ਪਰ ਜਿਹੜਾ ਸਿਰਸੇ ਵਾਲਾ ਬਾਬਾ ਜਿਹਨੂੰ ਬਲਾਤਕਾਰੀ ਬਾਬਾ ਕਹਿੰਦੇ ਆ, ਉਹਨੂੰ ਵਾਰ-ਵਾਰ ਇੰਨੇ ਕੇਸ ਹੋਣ ਦੇ ਬਾਵਜੂਦ ਪੈਰੋਲ ਕਰਨਗੇ। ਇਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੇ 1-1000 ਰੁਪਏ ਸਾਰੀ ਬੀਬੀਆਂ ਨੂੰ ਮਿਲੇਗਾ। ਅੱਜ 14 ਮਹੀਨੇ ਹੋ ਗਏ। ਮੈਂ ਤਾਂ ਕਹਿੰਦੀ ਹਾਂ ਕਿ ਜਦੋਂ ਵੀ ਇਹ ਪਾਰਟੀ ਆਉਂਦੀ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਕਹੋ ਕਿ 14,000 ਰੁਪਏ ਸਾਡੇ ਹੱਥ 'ਤੇ ਰੱਖੋ, ਉਹਦੇ ਬਾਅਦ ਤੁਸੀਂ ਦੂਜੀ ਗੱਲ। ਇਹ ਤਾਂ ਝੂਠ ਵਾਲੀ ਪਾਰਟੀ ਹੈ, ਤੁਹਾਨੂੰ ਪਤਾ ਹੀ ਹੈ। ਭ੍ਰਿਸ਼ਟਾਚਾਰ ਬਿਲਕੁਲ ਚਰਮ 'ਤੇ ਹੈ। ਦਿੱਲੀ ਕੀ ਹਾਲਤ ਹੋ ਰੱਖੀ ਹੈ ਤੁਹਾਨੂੰ ਪਤਾ ਹੀ ਹੈ। ਸ਼ਰਾਬ ਵਿੱਚ ਕਿਵੇਂ ਸਾਡੇ ਯੁਵਾਵਾਂ ਨੂੰ ਡੁਬੋ ਰਹੇ ਨੇ। ਸਾਡਾ ਇੱਥੇ ਦਾ ਮੁੱਖ ਮੰਤਰੀ ਹੈ, ਉਹ ਨਸ਼ੇ 'ਚ ਧੁੱਤ ਰਹਿੰਦਾ ਹੈ ਤੇ ਨਸ਼ੇ 'ਚ ਅੱਜ ਕਿੱਥੇ ਜਾ ਰਿਹਾ ਸਾਡਾ ਯੁਵਾ। ਇਹਨੂੰ ਕਹਿੰਦੇ ਨੇ ਉੜਦਾ ਮੁੰਡੇ ਹੀ ਨਹੀਂ ਬਲਕਿ ਕੁੜੀਆਂ ਵੀ, ਸਾਡੀ ਬੇਟੀਆਂ ਵੀ ਜਿਹੜੀ ਨੇ ਉਹ ਨਸ਼ੇ 'ਚ ਧੁੱਤ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਮਝ ਆ ਗਿਆ ਕਿ ਜੇ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਤੇ ਇੱਥੇ ਭਾਰਤੀ ਜਨਤਾ ਪਾਰਟੀ ਧਿਰਾਂ ਅੱਡੀ ਚੋਟੀ ਦਾ ਜੋੜ ਲਾ ਰਹੀਆਂ ਨੇ। ਇਸ ਵੇਲੇ ਚੋਣ ਜਿਹੜਾ ਪ੍ਰਚਾਰ ਹੈ ਉਹ ਆਖਰੀ ਦੌਰ ਦੇ ਵਿੱਚ ਹੈ ਤੇ ਸੱਤਾ ਵਾਲੀਆਂ ਦੋਵੇਂ ਪਾਰਟੀਆਂ ਨੇ ਪੂਰੀ ਤਾਕਤ ਚੁੱਕੀ ਹੋਈ ਹੈ। ਜਿੱਥੇ ਆਮ ਆਦਮੀ ਪਾਰਟੀ ਦੀ ਪੂਰੀ ਕੈਬਨਿਟ, ਦਿੱਲੀ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ, ਉੱਥੇ ਭਾਰਤੀ ਜਨਤਾ ਪਾਰਟੀ ਵੀ ਇਸ ਸੀਟ ਨੂੰ ਜਿੱਤਣ ਲਈ ਪੂਰੀ ਵਾਹ ਲਗਾ ਰਹੀ ਹੈ। ਜਿੱਥੇ ਪੰਜਾਬ ਦੀ ਲੀਡਰਸ਼ਿਪ ਪ੍ਰਚਾਰ ਦੇ ਵਿੱਚ ਜੁਟੀ ਹੋਈ ਹੈ, ਉੱਥੇ ਹੀ ਕੇਂਦਰ ਦੇ ਜਿਹੜੇ ਤਮਾਮ ਮੰਤਰੀ ਅਤੇ ਖਾਸ ਕਰਕੇ ਹਰਿਆਣਾ ਖੇਤਰ ਦੇ ਤਮਾਮ ਜਿਹੜੇ ਸਿਆਸਤਦਾਨ ਨੇ ਬੀਜੇਪੀ ਦੇ ਨਾਲ ਸੰਬੰਧਿਤ, ਉਹ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ। ਮੈਡਮ ਸੁਨੀਤਾ ਦੁੱਗਲ ਹੋਣੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਹਰਿਆਣਾ ਦੇ ਸਿਰਸਾ ਤੋਂ, ਉਹ ਵੀ ਇੱਥੇ ਚੋਣ ਪ੍ਰਚਾਰ ਦੇ ਵਿੱਚ ਨੇ। ਕਿਸ ਤਰ੍ਹਾਂ ਦਾ ਹੁੰਗਾਰਾ ਉਹਨਾਂ ਨੂੰ ਮਿਲਿਆ, ਗੱਲਬਾਤ ਕਰਾਂਗੇ। ਮੈਮ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂ ਮੈਮ, ਤੁਸੀਂ ਲਗਾਤਾਰ ਗਰਾਊਂਡ 'ਤੇ ਹੋ, ਕਿੱਦਾਂ ਦਾ ਤੁਹਾਨੂੰ ਲੱਗਦਾ ਕਿ ਇਸ ਸੀਟ ਦੇ ਵਿੱਚ ਕਿੰਨਾ ਕੁ ਹੁੰਗਾਰਾ ਮਿਲਿਆ ਬੀਜੇਪੀ ਨੂੰ? ਦੇਖੋ ਜੀ, ਮੈਂ ਜਦੋਂ 20-25 ਦਿਨ ਪਹਿਲਾਂ ਇੱਥੇ ਆਈ ਸੀ ਤਾਂ ਉਸ ਟਾਈਮ ਜਦੋਂ ਮੈਂ ਗਰਾਊਂਡ 'ਤੇ ਜਾ ਕੇ ਵੇਖਿਆ ਤੇ ਲੋਕ ਮਨ ਬਣਾ ਰਹੇ ਸੀ, ਸੋਚ ਰਹੇ ਸੀ ਕਿ ਵੀ ਭਾਰਤੀ ਜਨਤਾ ਪਾਰਟੀ ਦਾ ਸਾਥ ਅਸੀਂ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਪਰ ਹੁਣ ਤੁਸੀਂ ਵੇਖੋਗੇ ਤਾਂ ਬਿਲਕੁਲ ਪੋਜੀਸ਼ਨ ਜਿਹੜੀ ਹੈ ਉਹ ਚੇਂਜ ਹੋਈ ਹੈ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹਨਾਂ ਨੇ ਸਾਰੀ ਪਾਰਟੀਆਂ ਨੂੰ, ਵੱਖ-ਵੱਖ ਪਾਰਟੀਆਂ ਨੂੰ ਉਹਨਾਂ ਨੇ ਅਜ਼ਮਾ ਕੇ ਵੇਖ ਲਿਆ ਹੈ। ਚਾਹੇ ਆਪਾਂ ਅਕਾਲੀਆਂ ਦੀ ਗੱਲ ਕਰੀਏ, ਚਾਹੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ, ਚਾਹੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਦੇ ਮਨ 'ਚ ਹੈ ਕਿ ਹੁਣ ਸਿਰਫ 10 ਮਹੀਨੇ ਦੀ ਗੱਲ ਹੈ। 10 ਮਹੀਨੇ ਵਾਸਤੇ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਵੇਖਦੇ ਹਾਂ ਕਿ ਉਹ ਕੰਮ ਕਰਦਾ ਤਾਂ ਠੀਕ ਹੈ, ਨਾ ਤਾਂ ਦੇਖੋ ਤਾਕਤ ਤਾਂ ਉਹਨਾਂ ਦੇ ਹੱਥ 'ਚ ਹੀ ਹੈ। ਇਸ ਕਰਕੇ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਜ਼ਿਆਦਾ ਲੋਕਾਂ ਦੇ ਮਨ 'ਚ ਹੈ ਕਿ ਅਸੀਂ ਇੱਕ ਵਾਰ ਇੱਥੋਂ ਕਮਲ ਦਾ ਫੁੱਲ ਜ਼ਰੂਰ ਖਿਡਾਈਏ। ਤੁਸੀਂ ਲਗਾਤਾਰ ਪ੍ਰਚਾਰ ਦੇ ਵਿੱਚ ਜਾਂਦੇ ਹੋ। ਸ਼ਹਿਰੀ ਖੇਤਰ 'ਚ ਤਾਂ ਕਿਹਾ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦਾ ਸਕੋਪ ਹੈਗਾ, ਆਧਾਰ ਹੈਗਾ। ਜਦੋਂ ਅਸੀਂ ਦਿਹਾਤ ਵੱਲ ਨੂੰ ਜਾਂਦੇ ਹਾਂ ਤਾਂ ਫਿਰ ਕਹਿੰਦੇ ਕਿ ਪੰਜਾਬ ਦੇ ਲੋਕ, ਪਿੰਡਾਂ ਦੇ ਲੋਕ ਨਹੀਂ ਕਮਲ ਦੇ ਫੁੱਲ ਨੂੰ ਖਿਲਾਉਣਾ ਚਾਹੁੰਦੇ। ਪਿੰਡਾਂ 'ਚ ਗਏ ਹੋ, ਉੱਥੇ ਕਿੱਦਾਂ ਦਾ ਰਿਸਪੌਂਸ ਆ? ਨਹੀਂ ਦੇਖੋ, ਪਿੰਡਾਂ 'ਚ ਵੀ ਬਹੁਤ ਅੱਛਾ ਮਾਹੌਲ ਹੈ ਕਿਉਂਕਿ ਜਿਹੜੀ ਸਾਡੀ ਸਰਕਾਰ ਦੀ ਯੋਜਨਾਵਾਂ ਨੇ, ਕੇਂਦਰ ਦੀ ਯੋਜਨਾਵਾਂ ਨੇ, ਖਾਸ ਕਰ ਮਾਨਯੋਗ ਪ੍ਰਧਾਨ ਮੰਤਰੀ ਜੀ, ਉਹਨਾਂ ਦੇ ਵਾਸਤੇ ਸਾਰਿਆਂ ਦੇ ਮਨ 'ਚ ਬਹੁਤ ਸਨਮਾਨ ਹੈ। ਤੁਸੀਂ ਵੇਖੋ ਕਿ ਚਾਹੇ ਆਯੁਸ਼ਮਾਨ ਯੋਜਨਾ ਹੋਏ, ਚਾਹੇ ਆਪਾਂ ਗੱਲ ਕਰੀਏ ਕਿ 11 ਕਰੋੜ ਸ਼ੌਚਾਲਿਆ ਉਹਨਾਂ ਨੇ ਪੂਰੇ ਹਿੰਦੁਸਤਾਨ ਵਿੱਚ ਬਣਾਏ ਨੇ, ਚਾਹੇ ਆਪਾਂ ਉਜਵਲਾ ਯੋਜਨਾ ਦੀ ਗੱਲ ਕਰੀਏ, ਇਨ ਸਾਰੀ ਯੋਜਨਾਵਾਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਕਿ ਹੁਣ ਪਿੰਡਾਂ ਦੇ ਲੋਕ ਵੀ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜੀ ਦੇ ਨੇਤਰਤਵ ਦੇ ਵਾਸਤੇ ਇੱਥੋਂ ਜਿਹੜਾ ਹੈ ਇੱਕ ਵਾਰ ਤਾਂ ਕਮ ਤੋਂ ਕਮ ਉਹ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜ਼ਰੂਰ ਜਿੱਤ ਕੇ ਵੱਡੀ ਪੰਚਾਇਤ ਵਿੱਚ ਪਹੁੰਚੇ। ਪਰ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਇਤਿਹਾਸ ਕੋਈ ਨਹੀਂ ਹੈਗਾ ਬੀਜੇਪੀ ਕੋਲ। ਹਾਲਾਂਕਿ ਅਕਾਲੀਆਂ ਦੇ ਨਾਲ ਉਹ ਗੱਠਜੋੜ 'ਚ ਸੀਗੇ, ਉਸ ਵੇਲੇ ਬੀਜੇਪੀ ਸ਼ਹਿਰੀ ਵੋਟਾਂ ਲਿਆਉਂਦੀ ਸੀ, ਅਕਾਲੀ ਦਲ ਪਿੰਡੂ ਲਿਆਉਂਦਾ ਸੀ ਤਾਂ
ਕਿਤੇ ਕਿਤੇ ਨੰਬਰ ਲੱਗ ਜਾਂਦਾ ਸੀ, ਪਰ ਹੁਣ ਬਹੁਤ ਔਖਾ ਹੈਗਾ, ਨਾ ਗੱਠ ਜੋੜ ਹੈ, ਤਾਂ ਫਿਰ ਕਿੱਦਾਂ ਪਾਰਟੀ ਜਿੱਤੂਗੀ? ਬਿਲਕੁਲ ਕੋਈ ਔਖਾ ਨਹੀਂ ਹੈ ਜੀ। ਦੇਖੋ, ਇੱਕ ਤਾਂ ਸਾਡੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਉਹ ਪਹਿਲਾਂ ਅਕਾਲੀ ਤੋਂ ਹੀ ਲੜੇ ਸੀ, ਉਹ ਹੁਣ ਸਾਡੇ ਕੋਲ ਨੇ, ਅਤੇ ਉਹਨਾਂ ਦਾ ਜਿਹੜਾ ਹੈ ਉਹ ਪਿੰਡਾਂ 'ਚ ਬਹੁਤ ਅੱਛਾ ਉਹਨਾਂ ਦਾ ਰੁਤਬਾ ਹੈ, ਅਤੇ ਸ਼ਹਿਰੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਵੈਸੇ ਹੀ ਪਸੰਦ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਜਿਹੜਾ ਹੈ ਨਾ ਡੈਡਲੀ ਕੰਬੀਨੇਸ਼ਨ ਹੈ, ਤਾਂ ਇਸ ਕਰਕੇ ਪੂਰੀ ਉਮੀਦ ਹੈ ਮੈਨੂੰ, ਕਿਉਂਕਿ ਪਿੰਡਾਂ ਦੇ ਜਿਹੜੇ ਆਪਣੇ ਕਿਸਾਨ ਭਰਾ ਨੇ, ਕਿਸਾਨ ਵੀਰ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਵਿੱਚ ਕਿਸਾਨਾਂ ਵਾਸਤੇ ਜੋ ਸਰਕਾਰ ਕਰ ਰਹੀ ਹੈ, ਜਿਹੜੇ ਦੂਸਰੇ ਜਿਹੜੀ ਪਾਰਟੀ ਦੇ ਲੋਕ ਨੇ ਨਾ ਉਹ ਇੱਕ ਉਹਨਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰਦੇ ਨੇ ਸਾਡੇ ਕਿਸਾਨ ਵੀਰਾਂ ਨੂੰ। ਪਰ ਤੁਸੀਂ ਵੇਖੋ, ਜੇ ਆਪਾਂ ਗੱਲ ਕਰੀਏ ਕਿ ਕਿਸਾਨਾਂ ਵਾਸਤੇ ਜੇ ਆਪਾਂ ਦੇਖੀਏ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਗੱਲ ਕਰੀਏ ਜਾਂ ਫਿਰ ਮੁਆਵਜ਼ੇ ਦੀ ਗੱਲ ਕਰੀਏ, ਜਿੰਨਾ ਮੁਆਵਜ਼ਾ ਤੇ ਫਸਲ ਬੀਮਾ ਯੋਜਨਾ ਦੇ ਤਹਿਤ ਪੈਸਾ ਸਿੱਧਾ ਸਾਡੇ ਕਿਸਾਨ ਵੀਰਾਂ ਦੇ ਖਾਤਿਆਂ 'ਚ ਗਿਆ ਹੈ, ਮੈਨੂੰ ਲੱਗਦਾ ਹੈ ਇਸ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਵਿੱਚ ਨਹੀਂ ਗਿਆ। ਜੇ ਕਾਂਗਰਸ ਦੀ ਗੱਲ ਕਰੀਏ, ਉਹਨਾਂ ਦੀ ਸਰਕਾਰ ਦੇ ਟਾਈਮ ਤੁਹਾਨੂੰ ਪਤਾ ਹੈ 2 ਰੁਪਏ ਦੇ ਚੈੱਕ, 2.5 ਰੁਪਏ ਦੇ ਚੈੱਕ ਹੁੰਦੇ ਸੀ, ਅਤੇ ਅੱਜ ਜਿਹੜਾ ਜਿੰਨਾ ਵੀ ਪੈਸਾ ਉੱਤੋਂ ਆਏਗਾ ਉਹ ਸਾਰਾ ਦਾ ਸਾਰਾ ਪੈਸਾ ਉਹਨਾਂ ਦੇ ਖਾਤੇ 'ਚ ਡਾਇਰੈਕਟ ਜਾਂਦਾ ਹੈ। ਅਤੇ ਇਹਦੇ ਨਾਲ ਨਾਲ ਜਿਹੜਾ ਕਿਸਾਨ सम्मान ਨਿਧੀ ਯੋਜਨਾ ਹੈ, ਜਿਹੜੇ ਆਪਣੇ ਛੋਟੇ ਕਿਸਾਨ ਨੇ ਉਹਨਾਂ ਦੇ ਵਾਸਤੇ ਵੀ 2000 ਰੁਪਇਆ ਜਿਹੜਾ ਹੈ ਉਹ ਕੁਆਟਰਲੀ ਜਾਂਦਾ ਹੈ, 6000 ਰੁਪਇਆ ਉਹਨਾਂ ਨੂੰ ਸਾਲ ਦਾ ਮਿਲਦਾ ਹੈ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਕਿਸਾਨ ਵੀਰਾਂ ਨੂੰ ਵੀ ਲੱਗਿਆ ਕਿ ਇਹ ਸਰਕਾਰ ਜਿਹੜੀ ਹੈ ਉਹ ਤੁਹਾਡੇ ਵੈਲਵਿਸ਼ਰ ਹੈ, ਉਹ ਤੁਹਾਡੇ ਸ਼ੁਭ ਚਿੰਤਕ ਹੈ। ਅਤੇ ਇਹਦੇ ਨਾਲ ਨਾਲ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਿੱਖ ਵੀਰਾਂ ਵਾਸਤੇ ਜੇ ਤੁਸੀਂ ਵੇਖੋ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਜਯੰਤੀ ਹੈ ਉਹ ਲਾਲ ਕਿਲ੍ਹੇ 'ਤੇ ਜਿਹੜੀ ਹੈ ਉੱਤੇ ਪ੍ਰਾਚੀਰ 'ਤੇ ਜਾ ਕੇ ਮਨਾਈ। ਉਹ ਸਾਡੇ ਗੁਰੂ ਤੇਗ ਬਹਾਦਰ ਜੀ ਜੋ ਸ਼ਹੀਦ ਹੋਏ ਸੀ ਚਾਂਦਨੀ ਚੌਕ 'ਤੇ, ਅਤੇ ਦਿੱਲੀ ਦੀ ਉਸੇ ਸਰਜ਼ਮੀਂ 'ਤੇ ਉਹਨਾਂ ਦੀ ਸ਼ਹੀਦੀ ਉਹਨਾਂ ਨੂੰ ਯਾਦ ਕੀਤਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ। ਪਹਿਲਾਂ ਬਹੁਤ ਜੀ ਸਰਕਾਰਾਂ ਹੀ ਉਹਨਾਂ ਦੇ ਮਨ ਤੱਕ ਕਦੇ ਨਹੀਂ ਆਇਆ। ਚਾਹੇ ਗੁਰੂ ਗੋਬਿੰਦ ਸਿੰਘ ਦੀ ਜਯੰਤੀ ਦੀ ਗੱਲ ਕਰੀਏ, ਚਾਹੇ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਦੀ ਗੱਲ ਕਰੀਏ, ਚਾਹੇ ਆਪਣੇ ਜੋ ਸਾਹਿਬਜ਼ਾਦੇ ਸੀ ਉਹਨਾਂ ਦੇ ਵਾਸਤੇ 26 ਦਸੰਬਰ ਜਿਹੜਾ ਵੀਰ ਬਾਲ ਦਿਵਸ ਉਹ ਡਿਕਲੇਅਰ ਕੀਤਾ, ਸਾਡੀ ਸਰਕਾਰ ਨੇ ਕੀਤਾ, ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੀਤਾ। ਇਹ ਸਾਰੀ ਗੱਲਾਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਹੁਣ ਸਾਡੇ ਸਿੱਖ ਵੀਰਾਂ ਨੂੰ ਵੀ ਅਤੇ ਕਿਸਾਨਾਂ ਨੂੰ ਵੀ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਲੋਕੀ ਉਹਨਾਂ ਦੇ ਮਨ 'ਚ ਗਲਤ ਖਿਆਲ ਜਿਹੜੇ ਨੇ ਉਹ ਡਾਲ ਰਹੇ ਨੇ। ਅਸਲ ਵਿੱਚ ਜਿਹੜੀ ਹੈ ਉਹ ਸਰਕਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਉਹ ਸਭ ਨੂੰ ਸਾਥ ਲੈ ਕੇ ਚੱਲਦੀ ਹੈ, ਇਸ ਕਰਕੇ ਔਰ ਸਿੱਖਾਂ ਨੂੰ ਵੀ ਬਹੁਤ ਜ਼ਿਆਦਾ ਸਾਥ ਲੈ ਕੇ ਚੱਲਣ ਵਾਲੀ ਸਰਕਾਰ ਹੈ। ਤੁਸੀਂ ਸਿੱਖਾਂ ਦੀ ਗੱਲ ਕੀਤੀ, ਹਰਿਆਣਾ 'ਚੋਂ ਤੁਸੀਂ ਉਹ ਸਿਰਸਾ ਤੋਂ ਆਉਂਦੇ ਹੋ, ਤਾਂ ਅਕਸਰ ਸਿੱਖਾਂ ਦੇ ਮਨ ਵਿੱਚ ਸਰਕਾਰ ਪ੍ਰਤੀ ਇਹ ਰੋਸ ਰਹਿੰਦਾ ਹੈ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਤਾਂ ਸੈਂਟਰ ਗੌਰਮੈਂਟ ਰਿਹਾਈ ਨਹੀਂ ਕਰਦੀ, ਪਰ ਜਿਹੜਾ ਸਿਰਸੇ ਵਾਲਾ ਬਾਬਾ ਜਿਹਨੂੰ ਬਲਾਤਕਾਰੀ ਬਾਬਾ ਕਹਿੰਦੇ ਆ ਉਹਨੂੰ ਵਾਰ-ਵਾਰ ਇੰਨੇ ਕੇਸ ਹੋਣ ਦੇ ਬਾਵਜੂਦ ਪੈਰੋਲ ਮਿਲ ਜਾਂਦੀ ਹੈ, ਪਰ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਨਹੀਂ ਹੁੰਦੀ। ਇਸ 'ਚ ਕੀ ਸਟੈਂਡ ਆ ਤੁਹਾਡੀ ਪਾਰਟੀ ਦਾ? ਦੇਖੋ ਜੀ, ਜੋ ਵੀ ਜਿਹਦੇ ਖਿਲਾਫ ਵੀ ਕੋਈ FIR ਹੁੰਦੀ ਹੈ, ਕੋਈ ਕੇਸ ਹੁੰਦਾ ਹੈ, ਉਹਦੇ 'ਚ ਕਾਨੂੰਨ ਆਪਣਾ ਕੰਮ ਕਰਦਾ ਹੈ। ਪਰ ਜਿਹੜੀ ਤੁਸੀਂ ਇਹ ਬੰਦੀ ਵਾਲੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦੇ ਵਾਸਤੇ ਨਾ ਹੁਣੇ ਆਪਣੇ ਮਾਨਯੋਗ ਸਾਡੇ ਅਮਿਤ ਸ਼ਾਹ ਜੀ ਆਏ ਸੀ, ਉਹਨਾਂ ਦੇ ਸਾਹਮਣੇ ਵੀ ਉਹ ਗੱਲ ਰੱਖੀ ਹੈ। ਅਤੇ ਜੇ ਆਪਣਾ ਸ਼ੀਰਸ਼ ਨੇਤਰਤਵ ਹੈ ਉਹਨਾਂ ਦੇ ਸਾਹਮਣੇ ਆਪਾਂ ਗੱਲ ਰੱਖੀ ਹੈ, ਮੈਨੂੰ ਲੱਗਦਾ ਹੈ ਕਿ ਕੋਈ ਸਾਰਿਆਂ ਦੇ ਨਾਲ ਕੋਈ ਸਮਿਤੀ ਜੀ ਬਣ ਕੇ ਕੋਈ ਨਾ ਕੋਈ ਗੱਲਬਾਤ ਹੋ ਕੇ ਕੋਈ ਨਾ ਕੋਈ ਸਮਾਧਾਨ ਜ਼ਰੂਰ ਨਿਕਲੇਗਾ, ਕਿਉਂਕਿ ਉਹਨਾਂ ਦੀ ਨੌਲੇਜ ਵਿੱਚ ਇਹ ਗੱਲ ਆ ਗਈ ਹੈ। ਮੇਰੀ ਨੌਲੇਜ ਵੀ ਕਈ ਵਾਰ ਆਈ ਸੀ, ਜਦੋਂ ਵੀ ਮੈਂ ਆਪਣੇ ਦਿਹਾਤ ਵਿੱਚ ਜਾਂਦੀ ਸੀ ਤਾਂ ਉੱਥੇ ਸਾਡੇ ਜਿਹੜੇ ਵੀ ਸਿੱਖ ਭਰਾ ਸੀ ਉਹ ਕਹਿੰਦੇ ਸੀ ਕਿ ਜੀ ਤੁਸੀਂ ਜਿਹੜੇ ਸਿੱਖ ਬੰਦੀ ਨੇ ਆਪਣੇ ਉਹਨਾਂ ਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ। ਮੈਂ ਕਿਹਾ ਜੀ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਤੁਹਾਡੀ ਇਹ ਗੱਲ ਨਾ ਉੱਤੇ ਨੇਤਰਤਵ ਦੇ ਕੋਲ ਜਾ ਕੇ ਰੱਖਾਂ, ਉਹ ਮੈਂ ਰੱਖ ਰਹੀ ਹਾਂ। ਮੈਂ ਵੀ ਉਹਨਾਂ ਦੇ ਸਾਹਮਣੇ ਰੱਖੀ ਗੱਲ, ਅਤੇ ਹੁਣ ਵੀ ਉਹਨਾਂ ਦੇ ਸਾਹਮਣੇ ਆ ਗਈ ਹੈ। ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਜ਼ਰੂਰ ਕੋਈ ਨਾ ਕੋਈ ਸਮਾਧਾਨ ਨਿਕਲੇਗਾ। ਪੰਜਾਬ ਸਰਕਾਰ ਕਹਿੰਦੀ ਹੈ ਕਿ ਸਟੇਟ ਇੱਦਾਂ ਦੀ ਹੈਗੀ ਹੈ ਪੰਜਾਬ ਪਹਿਲੀ ਜਿੱਥੇ ਲੋਕਾਂ ਦੇ ਬਿੱਲ 0 ਆ ਰਹੇ ਬਿਜਲੀ ਦੇ ਬਿੱਲ, ਅਤੇ ਇਸ ਦਾ ਜਵਾਬ ਕਿਸੇ ਪਾਰਟੀ ਕੋਲ ਨਹੀਂ ਹੈਗਾ। ਦੇਖੋ ਜੀ, ਇਹ ਬਿਲਕੁਲ ਝੂਠ ਦੀ ਰਾਜਨੀਤੀ ਕਰ ਰਹੇ ਨੇ। ਤੁਸੀਂ ਦੇਖਣਾ ਕਿ 10 ਤਾਰੀਖ ਤੋਂ ਬਾਅਦ, ਚੋਣਾਂ ਤੋਂ ਬਾਅਦ ਜਿਹੜਾ ਹੈ ਉਹ ਬਿੱਲ ਦੇ ਜਿਹੜੇ ਉਹਨੂੰ ਵਧਾਉਣ ਦੀ ਕੰਮ ਕਰਨਗੇ। ਇਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੇ 1-1000 ਰੁਪਏ ਸਾਰੀ ਬੀਬੀਆਂ ਨੂੰ ਮਿਲੇਗਾ। ਅੱਜ 14 ਮਹੀਨੇ ਹੋ ਗਏ। ਮੈਂ ਤਾਂ ਕਹਿੰਦੀ ਹਾਂ ਕਿ ਜਦੋਂ ਵੀ ਇਹ ਪਾਰਟੀ ਆਉਂਦੀ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਕਹੋ ਕਿ 14000 ਰੁਪਏ ਸਾਡੇ ਹੱਥ 'ਤੇ ਰੱਖੋ, ਉਹਦੇ ਬਾਅਦ ਤੁਸੀਂ ਦੂਜੀ ਗੱਲ ਕਰਨਾ। ਤਾਂ ਇਹ ਤਾਂ ਝੂਠ ਵਾਲੀ ਪਾਰਟੀ ਹੈ। ਤੁਹਾਨੂੰ ਪਤਾ ਹੀ ਹੈ ਭ੍ਰਿਸ਼ਟਾਚਾਰ ਬਿਲਕੁਲ ਚਰਮ 'ਤੇ ਹੈ। ਦਿੱਲੀ ਕੀ ਹਾਲਤ ਹੋ ਰੱਖੀ ਹੈ ਤੁਹਾਨੂੰ ਪਤਾ ਹੀ ਹੈ। ਸ਼ਰਾਬ ਵਿੱਚ ਕਿਵੇਂ ਸਾਡੇ ਯੁਵਾਵਾਂ ਨੂੰ ਡੁਬੋ ਰਹੇ ਨੇ। ਸਾਡਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਨਸ਼ੇ 'ਚ ਧੁੱਤ ਰਹਿੰਦਾ ਹੈ।
ਤੇ ਨਸ਼ੇ 'ਚ ਅੱਜ ਕਿੱਥੇ ਜਾ ਰਿਹਾ ਸਾਡਾ ਯੁਵਾ। ਇਹਨੂੰ ਕਹਿੰਦੇ ਨੇ ਉੜਦਾ ਪੰਜਾਬ। ਜੋ ਪੰਜਾਬ ਸੂਬਾ ਪੂਰੇ ਹਿੰਦੁਸਤਾਨ ਵਿੱਚ ਸਭ ਤੋਂ ਸਮਰਿੱਧੀਸ਼ਾਲੀ ਹੁੰਦਾ ਸੀ, ਅੱਜ ਉਹਨੂੰ ਉੜਦਾ ਪੰਜਾਬ ਕਹਿੰਦੇ ਨੇ। ਮੁੰਡੇ ਹੀ ਨਹੀਂ ਬਲਕਿ ਕੁੜੀਆਂ ਵੀ, ਸਾਡੀ ਬੇਟੀਆਂ ਵੀ ਜਿਹੜੀਆਂ ਨੇ ਉਹ ਨਸ਼ੇ 'ਚ ਧੁੱਤ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਮਝ ਆ ਗਿਆ ਕਿ ਜੇ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਤੇ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ਰੂਰ ਆਉਣੀ ਚਾਹੀਦੀ ਹੈ। ਤੁਸੀਂ ਹਰਿਆਣੇ ਤੋਂ ਨੇ ਤੇ ਹਰਿਆਣਾ ਖੇਡਾਂ ਦੇ ਵਿੱਚ ਬਹੁਤ ਅਵਰ ਰਿਹਾ, ਪਰ ਹੁਣ ਤਰਾਸਦੀ ਹੈ ਕਿ ਹਰਿਆਣੇ ਦੀਆਂ ਜਿਹੜੀਆਂ ਬੇਟੀਆਂ ਵਾ ਉਹਨਾਂ ਨੂੰ ਆਪਣੇ ਹੱਕ ਲੈਣ ਲਈ ਕਹਿ ਸਕਦੇ ਜਾਂ ਇਨਸਾਫ ਲੈਣ ਲਈ ਧਰਨੇ ਤੇ ਬਹਿਣਾ ਪੈ ਰਿਹਾ। ਤੇ ਹੁਣ ਦਿੱਲੀ ਪੁਲਿਸ ਉਹਨਾਂ ਦੇ ਉੱਪਰ ਲਾਠੀ ਚਾਰਜ ਵੀ ਕਰਦੀ ਆ ਤੇ ਵਿਰੋਧੀ ਆਰੋਪ ਲਾ ਰਹੇ ਨੇ ਕਿ ਕੇਂਦਰ ਸਰਕਾਰ ਆਪਣੇ MP ਨੂੰ ਬਚਾ ਰਹੀ ਆ। ਦੇਖੋ ਜੀ, ਉਹ ਬੇਟੀਆਂ ਸਾਡੀਆਂ ਨੇ, ਉਨ ਬੇਟੀਆਂ ਨੇ ਸਾਡਾ ਹਰਿਆਣਾ ਦਾ, ਪੂਰੇ ਹਿੰਦੁਸਤਾਨ ਦਾ ਦੁਨੀਆ 'ਚ ਨਾਮ ਰੋਸ਼ਨ ਕੀਤਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਮੈਨੂੰ ਲੱਗਦਾ ਹੈ ਕਿ ਉਨ ਬੇਟੀਆਂ ਦਾ ਆੜ ਲੈ ਕੇ ਬਹੁਤ ਜਿਹੜੀ ਪਾਰਟੀਆਂ ਨੇ ਉਹ ਉੱਥੇ ਰਾਜਨੀਤੀ ਕਰ ਰਹੀਆਂ ਨੇ। ਉਹਨਾਂ ਨੇ ਜਿਹੜੀ ਮੰਗ ਰੱਖੀ ਸੀ ਬੇਟੀਆਂ ਨੇ, ਉਹ ਸੁਪਰੀਮ ਕੋਰਟ ਵਿੱਚ ਵੀ ਜਾ ਕੇ ਰੱਖੀ ਸੀ ਕਿ ਨੰਬਰ 1 ਤਾਂ ਜਿਹੜਾ ਹੈ FIR ਦਰਜ ਹੋਣੀ ਚਾਹੀਦੀ ਹੈ। ਉਹ FIR ਦਰਜ ਹੋ ਗਈ ਹੈ, ਬਲਕਿ ਪੌਕਸੋ ਵਿੱਚ ਵੀ ਹੋ ਗਈ ਹੈ। ਤੇ ਦੂਜੀ ਉਹਨਾਂ ਨੇ ਰੱਖੀ ਸੀ ਕਿ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਹੈ, ਉਹ ਸਿਕਿਉਰਿਟੀ ਵੀ ਉਹਨਾਂ ਨੂੰ ਮਿਲ ਗਈ ਹੈ। ਇਸ ਕਰਕੇ ਬਲਕਿ ਮਾਣਯੋਗ ਸੁਪਰੀਮ ਕੋਰਟ ਨੇ ਉਹਨਾਂ ਦਾ ਕੇਸ ਜਿਹੜਾ ਹੈ ਉਹ ਬੰਦ ਕਰਤਾ ਹੈ ਕਿ ਵੀ ਜਿਹੜੀ ਇਹਨਾਂ ਦੀ ਮੰਗਾਂ ਸੀ ਉਹ ਮੰਗਾਂ ਅਸੀਂ ਮੰਨ ਲਈਆਂ ਨੇ। ਤਾਂ ਉਹ ਤੋਂ ਬਾਅਦ ਵੀ ਮੈਨੂੰ ਲੱਗਦਾ ਕਿ ਹੁਣ ਪ੍ਰਸ਼ਾਸਨ ਨੂੰ, ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਤੇ ਫਿਰ ਵੀ ਉੱਥੇ ਜਾ ਕੇ ਉਤਰਨਾ ਦੇ ਰਹੀਆਂ ਨੇ ਬੇਟੀਆਂ। ਤੇ ਮੈਨੂੰ ਲੱਗਦਾ ਕਿ ਉੱਥੇ ਰਾਜਨੀਤੀ ਜ਼ਿਆਦਾ ਹੋ ਰਹੀ ਹੈ। ਹੁਣ ਜਿਹੜੀ ਉਹਨਾਂ ਨੇ ਮੰਗਾਂ ਸੀ ਉਹ ਤਾਂ ਸਾਰੀ ਮੰਨ ਲਈਆਂ ਨੇ, ਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ। ਜੋ ਦੁੱਧ ਦਾ ਦੁੱਧ ਹੈ ਉਹ ਪਾਣੀ ਦਾ ਪਾਣੀ ਹੋ ਜਾਏਗਾ, ਮੈਨੂੰ ਪੂਰੀ ਉਮੀਦ ਹੈ। ਤੇ ਬਾਕੀ ਮੇਰੀ ਉਹਨਾਂ ਸਾਰੀ ਬੇਟੀਆਂ ਨਾਲ, ਕਿਉਂਕਿ ਉਹਨਾਂ ਨੇ ਆਪਣਾ ਨਾਮ ਰੋਸ਼ਨ ਕੀਤਾ, ਉਹਨਾਂ ਦੇ ਨਾਲ ਸਹਾਨੁਭੂਤੀ ਹੈ। ਪਰ ਜਿਹੜੀ ਪੁਲਿਸ ਕਾਰਵਾਈ ਕਰਦੀ ਹੈ ਸ਼ਾਂਤਮਈ ਧਰਨੇ ਦੇ ਉੱਪਰ ਰਾਤ ਨੂੰ, ਉਹਨੂੰ ਜਾਇਜ਼ ਮੰਨਦੇ ਹੋ? ਦੇਖੋ ਜੀ, ਜੇ ਉਹ ਤੁਹਾਡੇ ਰਾਹੀਂ ਮੈਨੂੰ ਪਤਾ ਲੱਗ ਰਿਹਾ ਹੈ, ਕਿਉਂਕਿ ਮੈਂ ਇੱਥੇ ਵਿਅਸਤ ਸੀ, ਕਿ ਕੋਈ ਪੁਲਿਸ ਨੇ ਕੋਈ ਉੱਥੇ ਐਸਾ ਕੋਈ ਕੰਮ ਕੀਤਾ ਤੇ ਉੱਥੇ ਜ਼ਰੂਰ ਉਹਦੀ ਜਾਂਚ ਹੋਣੀ ਚਾਹੀਦੀ ਹੈ। ਜੇ ਕੁਝ ਵੀ ਗਲਤ ਹੋਏ ਤਾਂ ਉਹ ਜ਼ਰੂਰ ਉਹਦੀ ਜਾਂਚ ਹੋ ਕੇ ਜੇ ਕੋਈ ਦੋਸ਼ੀ ਹੋਣ ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਮੇਰਾ ਆਖਰੀ ਕੁਐਸਚਨ, ਜਿਸ ਤਰ੍ਹਾਂ ਕਿ ਜਲੰਧਰ ਦੀ ਜੇ ਆਪਾਂ ਗੱਲ ਕੀਤੀ ਜਾਵੇ, ਸੜਕਾਂ ਇੱਥੇ ਟੁੱਟੀਆਂ ਨੇ, ਸਪੋਰਟਸ ਇੰਡਸਟਰੀ ਦਾ ਬਹੁਤ ਮਾੜਾ ਹਾਲ ਹੈਗਾ, ਲੈਦਰ ਇੰਡਸਟਰੀ ਦਾ ਮਾੜਾ ਹਾਲ ਹੈਗਾ, ਸਮਾਰਟ ਸਿਟੀ ਸੈਂਟਰ ਕਹਿ ਰਿਹਾ ਸੀ ਪੈਸਾ ਭੇਜਿਆ, ਸੂਬਾ ਦੀ ਸਰਕਾਰ ਕਹਿੰਦੀ ਸਾਡੇ ਤੋਂ ਪਹੁੰਚਿਆ ਨਹੀਂ, ਪਿਛਲੀਆਂ ਸਰਕਾਰਾਂ ਨੇ ਹਿਸਾਬ ਦੇਣਾ। ਤਾਂ ਇਹਦੇ ਸਭ ਦੇ ਵਿਚਾਲੇ ਜਿਹੜੀ ਸੈਂਟਰ ਸਰਕਾਰ ਆ, ਲੋਕੀ ਇਹ ਵੀ ਸਵਾਲ ਕਰਦੇ ਆ ਕਿ ਜਲੰਧਰ ਲਈ ਕੀਤਾ ਕੀ ਹੈਗਾ ਸੈਂਟਰ ਸਰਕਾਰ ਨੇ। ਦੇਖੋ ਜੀ, ਸੈਂਟਰ ਸਰਕਾਰ ਨੇ ਸਮਾਰਟ ਸਿਟੀ ਵਾਸਤੇ ਪੈਸਾ ਭੇਜਿਆ ਸੀ, ਉਹ ਸਟੇਟ ਸਰਕਾਰ ਨੇ ਲਾਇਆ ਨਹੀਂ। ਔਰ ਸਟੇਟ ਸਰਕਾਰ ਨੂੰ ਜ਼ਰੂਰ ਹਿਸਾਬ ਕਿਤਾਬ ਉਹਦਾ ਦੇਣਾ ਚਾਹੀਦਾ ਕਿ ਪੈਸਾ ਕਿੱਥੇ ਗਿਆ। ਕਿਉਂਕਿ ਜਿਹੜਾ ਵੀ ਕੇਂਦਰ ਤੋਂ ਪੈਸਾ ਆਉਂਦਾ, ਤੁਸੀਂ ਵੇਖੋ ਨਾ, ਹੋਰ ਗੱਲ ਤਾਂ ਤੁਸੀਂ ਛੱਡੋ, ਆਯੁਸ਼ਮਾਨ ਜਿਹੜੀ ਯੋਜਨਾ ਹੈ ਉਹ ਪੂਰੇ ਹਿੰਦੁਸਤਾਨ ਵਿੱਚ ਲਾਗੂ ਹੋ ਰਹੀ ਹੈ। ਇੱਥੇ ਦੀ ਸਰਕਾਰ ਉਹਨੂੰ ਕਿਉਂ ਨਹੀਂ ਲਾਗੂ ਕਰ ਰਹੀ? ਸਾਡੀ ਸਰਕਾਰ ਜਿਹੜੀ ਹਰਿਆਣਾ ਵਾਲੀ ਹੈ, ਤੁਸੀਂ ਵੇਖੋ ਕਿ 1,20,000 ਰੁਪਏ ਤੱਕ ਜਿਹਦੀ ਇਨਕਮ ਹੈ, ਉਹਨੂੰ 5 ਲੱਖ ਰੁਪਏ ਦੀ ਮੈਡੀਕਲ ਫੈਸਿਲਿਟੀ ਮਿਲਣੀ ਹੈ। ਤੇ ਉਹ ਕੇਂਦਰ ਸਰਕਾਰ ਦੀ ਯੋਜਨਾ ਹੈ, ਉਹਨੂੰ ਇੱਥੇ ਕਿਉਂ ਨਹੀਂ ਲਾਗੂ ਕਰ ਰਹੇ? ਸਾਡੇ ਹਰਿਆਣਾ 'ਚ 1,80,000 ਕਰਤਾ, 60,000 ਹੋਰ ਵਧਾਤੇ ਨੇ। ਤਾਂ ਪਰ ਮੈਨੂੰ ਲੱਗਦਾ ਕਿ ਇਸ ਕਰਕੇ ਨੀਅਤ ਨਹੀਂ ਹੈ ਸਰਕਾਰ ਦੀ ਕੰਮ ਕਰਨ ਦੀ। ਚਾਹੇ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖੋ, ਚਾਹੇ ਤੁਸੀਂ ਭ੍ਰਿਸ਼ਟਾਚਾਰ ਦੇਖੋ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਲੋਕੀ ਪਹਿਲੀ ਵਾਰ ਸੋਚ ਰਹੇ ਨੇ ਕਿ ਇੱਥੋਂ ਸਾਰੀਆਂ ਸਰਕਾਰਾਂ ਉਹਨਾਂ ਨੇ ਵੇਖ ਲਈਆਂ ਨੇ, ਅਕਾਲੀ ਵੇਖ ਲਏ ਨੇ, ਕਾਂਗਰਸ ਵੇਖ ਲਈਏ, ਤੇ ਉਹਨਾਂ ਨੇ ਆਮ ਆਦਮੀ ਪਾਰਟੀ ਵੇਖ ਲਈ ਹੈ। ਤੇ ਇੱਕ ਵਾਰ ਉਹ ਭਾਰਤੀ ਜਨਤਾ ਪਾਰਟੀ ਨੂੰ ਜ਼ਰੂਰ ਇੱਥੋਂ ਜਿਹੜਾ ਜਿਤਾ ਕੇ ਭੇਜਣਗੇ ਵੱਡੀ ਪੰਚਾਇਤ। ਤੇ ਜਿਹੜਾ ਇੱਥੋਂ ਦਾ MP ਹੋਏਗਾ ਆਪਣੀ ਭਾਰਤੀ ਜਨਤਾ ਪਾਰਟੀ ਦਾ, ਉਹ ਦੇਖਣਾ ਤੁਸੀਂ 10-11 ਮਹੀਨੇ 'ਚੋਂ ਕਿੰਨੇ ਕੰਮ ਕਰਦਾ ਹੈ। ਜੋ ਨਾ ਕਰੇ ਤਾਂ 2024 ਤੁਸੀਂ ਬਦਲ ਸਕਦੇ ਹੋ। ਫਿਰ ਮੈਂ ਤਾਂ ਜਨਤਾ ਨੂੰ ਬਿਲਕੁਲ ਸਾਹਮਣੇ ਕਹਿੰਦੀ ਹਾਂ। ਪਰ ਲੋਕ ਤਾਂ ਸਵਾਲ ਕਰਦੇ ਨੇ, ਕਹਿੰਦੇ ਗਵਾਂਢੀ ਹਲਕਾ ਹੀ ਹੈਗਾ ਹੁਸ਼ਿਆਰਪੁਰ, ਉੱਥੇ ਮੈਂਬਰ ਪਾਰਲੀਮੈਂਟ ਵੀ ਹੈਗੇ ਨੇ ਤੇ ਸੈਂਟਰ 'ਚ ਮਿਨਿਸਟਰ ਵੀ ਹੈਗੇ ਨੇ, ਪਰ ਉੱਥੇ ਵੀ ਕੋਈ ਹਾਲਾਤ ਜ਼ਿਆਦਾ ਸੁਧਰੇ ਨਹੀਂ ਹੈਗੇ। ਨਹੀਂ ਦੇਖੋ ਜੀ, ਉਹ ਤਾਂ ਜੋ ਉਸ ਇਲਾਕੇ ਦੇ MP ਨੇ, ਉਸ ਚੀਜ਼ ਦਾ ਮੈਨੂੰ ਲੱਗਦਾ ਉਹ ਤੁਹਾਡੇ ਵਿਚਕਾਰ ਹੀ ਆਉਂਦੇ ਨੇ। ਤੁਸੀਂ ਉਹਨਾਂ ਦੇ ਕੋਲ ਪੁੱਛੋਗੇ ਤਾਂ ਜ਼ਿਆਦਾ ਅੱਛੀ ਤਰ੍ਹਾਂ ਜਵਾਬ ਦੇ ਸਕਣਗੇ। ਮੈਨੂੰ ਤਾਂ ਇਸ ਚੀਜ਼ ਦਾ ਕੋਈ ਇਲਮ ਨਹੀਂ ਕਿ ਉੱਥੇ ਕੀ ਕੰਮ ਹੋਇਆ, ਕੀ ਕੰਮ ਨਹੀਂ ਹੋਇਆ, ਪਹਿਲਾਂ ਕੀ ਸੀ, ਹੁਣ ਕੀ ਹੈ। ਮੈਂ ਆਪਣੇ ਇਲਾਕੇ, ਜੇ ਤੁਸੀਂ ਮੇਰੀ ਗੱਲ ਕਰੋ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਮੈਂ ਉੱਥੇ ਜਿਹੜੀ ਹੈ ਗੋਰਖਧਾਮ ਟ੍ਰੇਨ ਹੈ ਉਹਦੀ ਐਕਸਟੈਂਸ਼ਨ ਕਰਾਈ ਹੈ, ਤ੍ਰਿਪੁਰ ਸੁੰਦਰੀ ਨਈ ਟ੍ਰੇਨ ਚਲਾਈ ਹੈ। ਤੇ ਇਹਦੇ ਨਾਲ ਉੱਥੇ ਹੁਣ ਆਪਣੇ ਜਿਹੜੇ 4 ਉੱਥੇ ਹਾਈਵੇ 'ਤੇ ਆਪਾਂ ਖਾਰਾ ਖੇੜੀ, ਧਾਂਗੜ ਤੇ ਆਪਣਾ ਦਰਿਆਪੁਰ ਤੇ ਬੜੋਪਲ 4 ਆਪਾਂ ਉੱਥੇ ਹਾਈਵੇ ਤੇ ਪੁਲ ਬਣਾਏ ਨੇ। ਤੇ ਇੱਕ ਹਾਸਪੁਰੇ 'ਚ ਹੋਰ ਨਇਆ ਬਣਾ ਰਹੇ ਹਾਂ। ਤੇ ਸਾਡੇ ਸਿਰਸਾ 'ਚ ਮੈਡੀਕਲ ਕਾਲਜ ਵੀ ਖੁੱਲ੍ਹਣ ਜਾ ਰਿਹਾ ਹੈ। ਤੇ ਇਹਦੇ ਨਾਲ ਤੁਸੀਂ ਵੇਖੋ ਕਿ ਸਿਰਸਾ ਜਿਹੜਾ ਹੈ ਉਹਨੂੰ ਵਧੀਆ ਫਸਟ ਕਲਾਸ ਨੰਬਰ 1 ਰੇਲਵੇ ਸਟੇਸ਼ਨ ਵੀ ਆਪਾਂ ਬਣਾਉਣ ਜਾ ਰਹੇ ਹਾਂ। ਮੰਡੀ ਡੱਬਵਾਲੇ ਵਾਲੀ ਬਣਾਉਣ ਜਾ ਰਹੇ ਹਾਂ। ਵੀ ਤੁਸੀਂ ਮੇਰੇ ਇਲਾਕੇ 'ਚ ਕੀ ਹੋ ਰਿਹਾ ਉਹ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ, ਪਰ ਜਿਹੜਾ ਉਸ ਇਲਾਕੇ 'ਚ ਕੀ ਹੋਇਆ ਕੀ ਨਹੀਂ ਹੋਇਆ, ਉਹ ਜੇ ਤੁਸੀਂ ਉਹਨਾਂ ਦੇ ਉਸ ਇਲਾਕੇ ਦੇ MP ਜਿਹੜੇ ਨੇ, ਮੰਤਰੀ ਸਾਹਿਬ ਨੇ, ਉਹਨਾਂ ਨੂੰ ਪੁੱਛੋਗੇ ਤਾਂ ਜ਼ਿਆਦਾ ਚੰਗਾ ਲੱਗੇਗਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਇਹ ਸਨ ਹਰਿਆਣਾ ਦੇ ਸਿਰਸਾ ਤੋਂ ਮੈਂਬਰ ਪਾਰਲੀਮੈਂਟ ਮੈਡਮ ਸੁਨੀਤਾ ਦੁੱਗਲ ਹੋਣੀ, ਜਿਹੜੇ ਜਲੰਧਰ ਦੇ ਵਿੱਚ
ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਲਈ ਪ੍ਰਚਾਰ ਕਰ ਰਹੇ ਨੇ ਤੇ ਇਹਨਾਂ ਨੇ ਦਾਅਵਾ ਕੀਤਾ ਹੈ ਕਿ ਲੋਕ तमाम ਜਿਹੜੀਆਂ ਦੂਸਰੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਅਜਮਾ ਚੁੱਕੇ ਨੇ ਤੇ ਹੁਣ ਲੋਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਇਸ ਵਾਰ ਮਤ ਦੇਣਗੇ ਤੇ ਇੱਥੋਂ ਮੈਂਬਰ ਪਾਰਲੀਮੈਂਟ ਜਿਹੜਾ ਅਗਲਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਵੀ ਹੋਏਗਾ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਲ, NRA TV ਜਲੰਧਰ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI Marriage Bureau. Find your perfect human.